TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਸਭ ਤੋਂ ਪਹਿਲਾਂ ਜਿਹੜੀਆਂ ਖਬਰਾਂ ਨੂੰ ਆਧਾਰ ਬਣਾ ਕੇ ਵਿਚਾਰ ਚਰਚਾ ਕਰਨੀ ਹੈ, ਸਭ ਤੋਂ ਪਹਿਲਾਂ ਸੰਖੇਪ ਵਿੱਚ ਉਹ ਤੁਹਾਡੇ ਨਾਲ ਸਾਂਝੀਆਂ ਕਰਾਂ। ਇਜ਼ਰਾਈਲੀ ਹਮਲਿਆਂ ਵਿੱਚ ਫਲਸਤੀਨੀ ਮ੍ਰਿਤਕਾਂ ਦੀ ਗਿਣਤੀ ਵਧੀ। ਇਸਲਾਮਿਕ ਮੁਲਕਾਂ ਦੇ ਸੰਗਠਨ ਨੇ ਕੀਤੀ ਐਮਰਜੈਂਸੀ ਬੈਠਕ। ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ, ਡੈਥ ਸਰਟੀਫਿਕੇਟ ਜਾਰੀ, ਮਰੀਜ਼ ਜਿੰਦਾ। ਕਰੋਨਾ ਪੀੜਤ ਮਰੀਜ਼ ਦੀ ਮੌਤ, ਚਿਖਾ ਤੇ ਪਰ ਹੋਇਆ ਜਿੰਦਾ। ਬੇਅਦਬੀ ਮਾਮਲੇ ਵਿੱਚ ਸਿੱਟ ਨੇ 6 ਵਿਅਕਤੀ ਕੀਤੇ ਗ੍ਰਿਫਤਾਰ ਅਤੇ ਨਾਭਾ ਨੇੜਲੇ ਇੱਕ ਪਿੰਡ ਨੇ ਕੀਤਾ ਵੱਡਾ ਫੈਸਲਾ। ਜਿੰਨੀ ਦੇਰ ਕਰੋਨਾ, ਨਾ ਪਿੰਡ ਵਿੱਚ ਹੋਵੇਗਾ ਕੋਈ ਵਿਆਹ, ਨਾ ਪਾਇਆ ਜਾਵੇਗਾ ਭੋਗ। ਦੋਸਤੋ, ਇਹ ਕੁਝ ਖਬਰਾਂ ਨੇ ਤੇ ਇਹਨਾਂ ਤੋਂ ਇਲਾਵਾ ਕੁਝ ਹੋਰ ਜਾਣਕਾਰੀਆਂ ਵੀ ਜਿਹੜੀਆਂ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਕੀਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਕਿ ਇਹ ਵਿਸਥਾਰ ਵੱਲ ਵਧੀਏ, ਟਿੱਪਣੀਆਂ ਕਰੀਏ, ਤੁਹਾਨੂੰ ਰੋਜ਼ਾਨਾ ਦੀ ਤਰ੍ਹਾਂ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੇ ਨਾਲ ਹੀ ਜ਼ਰੂਰੀ ਬੇਨਤੀ ਇੱਕ ਹੋਰ ਕਿ ਰੋਜ਼ਾਨਾ ਵੈਨਕੂਵਰ ਦੇ ਸਮੇਂ ਦੇ ਮੁਤਾਬਕ ਸਵੇਰੇ 7 ਵਜੇ, ਪੰਜਾਬ ਦੇ ਸਮੇਂ ਦੇ ਮੁਤਾਬਕ ਸ਼ਾਮ ਦੇ 7:30 ਵਜੇ ਇੱਕ ਹੋਰ ਪ੍ਰੋਗਰਾਮ ਪੰਜਾਬ ਬੋਲਦਾ ਲਾਈਵ ਪੇਸ਼ ਕੀਤਾ ਜਾਂਦਾ ਹੈ। ਕਿਰਪਾ ਕਰਕੇ ਉਸ ਪ੍ਰੋਗਰਾਮ ਦੌਰਾਨ ਵੱਧ ਤੋਂ ਵੱਧ ਜੁੜਿਆ ਕਰੋ ਅਤੇ ਤੁਸੀਂ ਉਸ ਪ੍ਰੋਗਰਾਮ ਦੌਰਾਨ ਆਪਣੀਆਂ ਲਾਈਵ ਟਿੱਪਣੀਆਂ ਤੇ ਸਵਾਲ ਵੀ ਕਰ ਸਕਦੇ ਹੋ। ਤੇ ਆਓ ਹੁਣ ਜਾਣਕਾਰੀਆਂ ਤੇ ਟਿੱਪਣੀਆਂ ਵੱਲ ਵਧੀਏ। ਇਜ਼ਰਾਈਲੀ ਫੌਜ ਅਤੇ ਅੱਤਵਾਦੀ ਸੰਗਠਨ ਹਮਾਸ, ਉਹਦੇ ਵਿਚਕਾਰ ਬੀਤੇ ਲਗਭਗ ਇੱਕ ਹਫ਼ਤੇ ਤੋਂ ਸੰਘਰਸ਼ ਗਹਿ-ਗੱਡਵੀਂ ਲੜਾਈ ਜਾਰੀ ਹੈ। ਕੱਲ੍ਹ ਜਾਣਕਾਰੀ ਮਿਲੀ ਸੀ ਕਿ ਗਾਜ਼ਾ ਦੇ ਵਿੱਚ 12 ਮੰਜ਼ਲੀ ਇਮਾਰਤ ਅਲ ਜਾਲਾ ਨੂੰ ਢਹਿ ਢੇਰੀ ਕਰ ਦਿੱਤਾ ਗਿਆ, ਜਿਸ ਦੇ ਵਿਰੋਧ 'ਚ ਹਮਾਸ ਨੇ ਰਾਤ ਭਰ ਇਜ਼ਰਾਈਲ ਤੇ 120 ਰਾਕਟ ਦਾਗੇ। ਤੇ ਇਹ ਵੀ ਪਤਾ ਲੱਗਿਆ ਕਿ ਇਹਨਾਂ ਰਾਕਟਾਂ ਦੇ ਜਵਾਬ ਦੇ ਵਿੱਚ ਇਜ਼ਰਾਈਲ ਨੇ ਉੱਥੋਂ ਦੇ ਐਤਵਾਰ ਸਵੇਰ ਹਵਾਈ ਹਮਲੇ ਕੀਤੇ। ਹਵਾਈ ਹਮਲੇ ਕਰਕੇ ਹਮਾਸ ਨੇਤਾ ਦਾ ਘਰ ਤੱਕ ਉਡਾ ਦਿੱਤਾ ਹੈ। ਇਜ਼ਰਾਈਲ ਦੇ ਤਾਜ਼ਾ ਹਮਲਿਆਂ ਦੇ ਵਿੱਚ ਜਾਣਕਾਰੀ ਮਿਲੀ ਹੈ ਕਿ 13 ਬੱਚਿਆਂ ਸਮੇਤ 33 ਹੋਰ ਫਲਸਤੀਨੀ ਮਾਰੇ ਗਏ ਆ। ਇਸ ਸੰਘਰਸ਼ ਦੇ ਵਿੱਚ ਜਿਹੜੇ ਅੰਕੜੇ ਮਿਲੇ ਨੇ, 181 ਫਲਸਤੀਨੀ ਹੁਣ ਤੱਕ ਮਾਰੇ ਜਾ ਚੁੱਕੇ ਆ, ਜਿਨ੍ਹਾਂ ਵਿੱਚ 52 ਬੱਚੇ ਦੱਸੇ ਜਾ ਰਹੇ ਨੇ। ਇਜ਼ਰਾਈਲੀ ਫੌਜ ਨੇ ਦੱਸਿਆ ਕਿ ਗਾਜ਼ਾ ਸ਼ਹਿਰ ਵਿੱਚ ਸ਼ਨੀਚਰਵਾਰ ਨੂੰ ਢਹਿ ਢੇਰੀ ਕੀਤੀ ਗਈ ਅਲ ਜਾਲਾ ਇਮਾਰਤ ਵਿੱਚ ਹਮਾਸ ਦਾ ਦਫ਼ਤਰ ਵੀ ਸੀ। ਉਹ ਕਹਿੰਦੇ, ਅਸੀਂ 1 ਘੰਟਾ ਪਹਿਲਾਂ ਚੇਤਾਵਨੀ ਦੇ ਕੇ ਇਸ ਇਮਾਰਤ ਨੂੰ ਉਡਾ ਦਿੱਤਾ। ਇਜ਼ਰਾਈਲੀ ਫੌਜ ਨੇ ਐਤਵਾਰ ਦੀ ਸਵੇਰ ਦੱਖਣੀ ਗਾਜ਼ਾ ਦੇ ਸ਼ਹਿਰ ਖਾਨ ਯੂਨਸ ਦੇ ਵਿੱਚ ਹਮਾਸ ਨੇਤਾ ਯਹੀਆ ਅਲ ਸ਼ਿਨਵਰ ਦਾ ਘਰ ਵੀ ਉਡਾਇਆ। ਇਹ 2011 ਵਿੱਚ ਇਜ਼ਰਾਈਲ ਦੀ ਜੇਲ੍ਹ ਤੋਂ ਰਿਹਾ ਹੋਇਆ ਸੀ ਅਤੇ ਉਹ ਹਮਾਸ ਦੀ ਫੌਜ ਅਤੇ ਰਾਜਨੀਤਿਕ ਸ਼ਾਖਾ ਦਾ ਮੁਖੀ ਸੀ। ਉਧਰ ਖਬਰ ਮਿਲੀ ਕਿ ਹਮਾਸ ਦੇ ਵੱਲੋਂ ਲਗਾਤਾਰ ਰਾਕਟ ਹਮਲੇ ਜਾਰੀ ਤੇ ਨਾਲ ਤਲ ਅਵੀਬ ਅਤੇ ਬੀਰਸ਼ੇਬਾ ਸ਼ਹਿਰ ਦੇ ਵਿੱਚ ਖਤਰਿਆਂ ਦੇ ਸਾਇਰਨ ਲਗਾਤਾਰ ਵੱਜਦੇ ਸੁਣਦੇ ਰਹੇ। ਸਾਇਰਨ ਦੀ ਆਵਾਜ਼ ਅਤੇ ਪਨਾਹ ਲੈਣ ਲਈ ਜਾਣਕਾਰੀ ਮਿਲੀ ਹੈ ਕਿ ਭੱਜੇ ਜਾਂਦੇ 10 ਇਜ਼ਰਾਈਲੀ ਨਾਗਰਿਕ ਜ਼ਖਮੀ ਹੋਏ ਹੈ ਤੇ ਇਸ ਲੜਾਈ ਵਿੱਚ ਹੁਣ ਤੱਕ 2 ਬੱਚਿਆਂ ਸਮੇਤ 10 ਇਜ਼ਰਾਈਲੀਆਂ ਦੇ ਮਾਰੇ ਜਾਣ ਦੀ ਖਬਰ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਗਾਜ਼ਾ ਵਿੱਚ ਸਾਡੀ ਫੌਜੀ ਮੁਹਿੰਮ ਜਾਰੀ ਰਹੇਗੀ। ਇਹ ਲੜਾਈ, ਕਹਿੰਦੇ, ਅਸੀਂ ਸ਼ੁਰੂ ਨਹੀਂ ਕੀਤੀ ਅਤੇ ਇਸ ਗੱਲ ਦਾ ਸਾਨੂੰ ਕੋਈ ਪਛਤਾਵਾ ਵੀ ਨਹੀਂ। ਇਸ ਜੰਗ ਵਿੱਚ ਅਸੀਂ ਇੰਨਾ ਧਿਆਨ ਜ਼ਰੂਰ ਰੱਖਾਂਗੇ ਕਿ ਆਮ ਨਾਗਰਿਕਾਂ ਦੀ ਜਾਨ ਮਾਲ ਨੂੰ ਨੁਕਸਾਨ ਘੱਟ ਤੋਂ ਘੱਟ ਹੋਵੇ, ਪਰ ਵਿਰੋਧੀਆਂ ਨੂੰ ਹਰ ਹੀਲੇ ਕੁਚਲ ਕੇ ਰਹਾਂਗੇ। ਜਦੋਂ ਹੁਣ ਲਗਾਤਾਰ ਇੱਕ ਦੂਸਰੇ ਦੇ ਉੱਤੇ ਹਮਲੇ ਹੋ ਰਹੇ ਨੇ ਤਾਂ ਫਿਰ ਇਸਲਾਮ ਮੁਲਕਾਂ ਦੇ ਸੰਗਠਨ ਨੇ ਇੱਕ ਐਮਰਜੈਂਸੀ ਬੈਠਕ ਦਾ ਪ੍ਰਬੰਧ ਕੀਤਾ। ਜਾਣਕਾਰੀ ਮਿਲੀ ਹੈ ਕਿ ਇਹ ਜਿਹੜੀ ਗਾਜ਼ਾ ਦੇ ਵਿੱਚ ਚੱਲ ਰਹੀ ਇਜ਼ਰਾਈਲੀ ਫੌਜ ਦੀ ਕਾਰਵਾਈ ਹੈ, ਉਹਦੇ ਬਾਬਤ ਦੁਬਈ ਦੇ ਵਿੱਚ 47 ਇਸਲਾਮ ਮੁਲਕਾਂ ਦਾ ਸੰਗਠਨ ਉਹ ਇੱਕ ਐਮਰਜੈਂਸੀ ਬੈਠਕ ਬੁਲਾ ਕੇ ਇਕੱਠਾ ਹੋਇਆ। ਬੈਠਕ ਦੇ ਵਿੱਚ ਜ਼ਿਆਦਾਤਰ ਮੁਲਕਾਂ ਨੇ ਇਸ ਲੜਾਈ ਲਈ ਇਜ਼ਰਾਈਲ ਨੂੰ ਦੋਸ਼ੀ ਠਹਿਰਾਇਆ ਅਤੇ ਦੋਸ਼ੀ ਠਹਿਰਾਉਂਦੇ ਹੋਏ ਉਸ ਨੂੰ ਸਬਕ ਸਿਖਾਉਣ ਤੱਕ ਦੀਆਂ ਗੱਲਾਂ ਆਖੀਆਂ। ਬੈਠਕ ਦੀ ਸ਼ੁਰੂਆਤ ਫਲਸਤੀਨ ਦੇ ਵਿਦੇਸ਼ ਮੰਤਰੀ ਰਿਆਦ ਮਲਕੀ ਨੇ ਇਜ਼ਰਾਈਲ ਦੀ ਕਾਰਵਾਈ ਨੂੰ ਬੁਜ਼ਦਿਲੀ ਦੱਸਿਆ। ਉਹਨਾਂ ਕਿਹਾ ਕਿ ਅਸੀਂ ਅੱਲਾ ਨੂੰ ਦੱਸਣਾ ਹੈ ਕਿ ਅਸੀਂ ਆਖਰੀ ਦਿਨ ਤੱਕ ਜੰਗ ਲੜਾਂਗੇ। ਹਾਲਾਂਕਿ ਇਹ ਦੱਸਣਾ ਬਣਦਾ ਕਿ ਮਲਕੀ ਦੀ ਗਾਜ਼ਾ ਜਾਂ ਉਸ ਦੇ ਪ੍ਰਸ਼ਾਸਨ ਦੇ ਵਿੱਚ ਇਸ ਵਕਤ ਕੋਈ ਹੈਸੀਅਤ ਨਹੀਂ। ਅੱਤਵਾਦੀ ਸੰਗਠਨ ਹਮਾਸ ਨੇ
2007 ਤੋਂ ਉੱਥੋਂ ਦੀ ਪ੍ਰਸ਼ਾਸਨਿਕ ਵਿਵਸਥਾ ਆਪਣੇ ਕਬਜ਼ੇ ਵਿੱਚ ਕੀਤੀ ਹੋਈ ਹੈ। ਕੁਝ ਇਸ ਤਰ੍ਹਾਂ ਦੇ ਵਿਚਾਰ ਤੁਰਕੀ, ਈਰਾਨ, ਅਫਗਾਨਿਸਤਾਨ ਅਤੇ ਕੁਝ ਹੋਰ ਮੁਲਕਾਂ ਦੇ ਵਿਦੇਸ਼ ਮੰਤਰੀਆਂ ਨੇ ਵੀ ਪ੍ਰਗਟਾਏ ਹੈ। ਪਰ ਨਾਲ ਦੂਸਰੇ ਪਾਸੇ ਯੂਨਾਈਟਿਡ ਨੇਸ਼ਨ ਵਾਰ-ਵਾਰ ਬੇਨਤੀਆਂ ਕਰ ਰਿਹਾ ਕਿ ਠੰਡ ਠੰਡੌਲਾ ਕਰੋ, ਲੜਾਈ ਬੰਦ ਕੀਤੀ ਜਾਵੇ। ਤੇ ਕੱਲ ਲੰਡਨ ਦੇ ਵਿੱਚੋਂ ਵੀ ਖਬਰਾਂ ਮਿਲੀਆਂ ਸੀ ਕਿ ਲੰਡਨ ਦੇ ਵਿੱਚ ਬਹੁਤ ਸਾਰੇ ਲੋਕ ਇਕੱਠੇ ਹੋਏ ਅਤੇ ਉਹਨਾਂ ਨੇ ਇਜ਼ਰਾਈਲ ਦੀ ਅੰਬੈਸੀ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕੀਤੇ ਹੈ ਕਿ ਇਹ ਲੜਾਈ ਨਾਜਾਇਜ਼ ਹੈ, ਲੋਕਾਂ ਦੀ ਮਾਰ ਮਰਾਈ ਬੰਦ ਕੀਤੀ ਜਾਵੇ। ਤੇ ਹੁਣ ਇੱਕ ਪਾਸੇ ਤਾਂ ਲੜਾਈ ਚੱਲ ਰਹੀ ਹੈ, ਇੱਕ ਪਾਸੇ ਲੜਾਈ ਕਰੋਨਾ ਮਹਾਮਾਰੀ ਨਾਲ ਵੀ ਚੱਲ ਰਹੀ ਹੈ। ਹੁਣ ਕਰੋਨਾ ਮਹਾਮਾਰੀ ਤੇ ਜੇਕਰ ਜਿੱਤ ਪਾਉਣੀ ਹੈ ਤਾਂ ਵਿਗਿਆਨਕ ਤਰੀਕੇ ਬਹੁਤ ਦੁਨੀਆ ਕੋਲ ਮੌਜੂਦ ਨੇ। ਵਿਗਿਆਨੀਆਂ ਨੇ ਦਿਨ ਰਾਤ ਕਰਕੇ ਟੀਕੇ ਈਜਾਦ ਕੀਤੇ ਹੈ, ਪਰ ਅੰਧ ਵਿਸ਼ਵਾਸ ਇਸ ਵਕਤ ਸਿਖਰਾਂ ਤੇ ਹੈ। ਪੂਰੀ ਦੁਨੀਆ ਇਸ ਕਹਿਰ ਨਾਲ ਜੂਝ ਰਹੀ ਹੈ, ਪਰ ਭਾਰਤ ਨੂੰ ਵੀ ਦੂਰਾ ਕੀਤਾ ਪਿਆ ਹੈ। ਇਸ ਮਹਾਮਾਰੀ ਕਾਰਨ ਜਿੱਥੇ ਲੋਕ ਪੀੜਤ ਹੋ ਰਹੇ ਨੇ, ਉੱਥੇ ਮਰੀਜ਼ ਮੌਤ ਦੇ ਮੂੰਹ ਵਿੱਚ ਵੀ ਜਾ ਰਹੇ ਨੇ। ਪਰ ਨਾਲ ਅੰਧ ਵਿਸ਼ਵਾਸ ਕਿਤੇ ਨਾ ਕਿਤੇ ਲੋਕਾਂ ਤੇ ਬਹੁਤ ਸਾਰੇ ਹਿੱਸਿਆਂ ਵਿੱਚ ਹਾਵੀ ਹੈ। ਕਰੋਨਾ ਮਹਾਮਾਰੀ ਦੌਰਾਨ ਕਈ ਹੈਰਾਨੀਜਨਕ ਤਸਵੀਰਾਂ ਬੀਤੇ ਦਿਨੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਕਿ ਕਈ ਗੋਹੇ ਦਾ ਲੇਪ ਕਰੀ ਜਾਂਦਾ, ਕੋਈ ਮੂਤ ਪੀ ਜਾਂਦਾ ਹੈ, ਕਈ ਗੋਹੇ ਦੇ ਲੇਪ ਨੂੰ ਫਿਰ ਗਊ ਦੇ ਦੁੱਧ ਨਾਲ ਧੋਈ ਜਾਂਦਾ ਹੈ, ਤੇ ਕੋਈ ਹਵਨ ਕਰੀ ਜਾਂਦਾ, ਕੋਈ ਹਵਨ ਪਿੰਡ ਵਿੱਚ ਲੈ ਕੇ ਫਿਰੀ ਜਾਂਦਾ, ਕੋਈ ਸੂਰਜ ਨੂੰ ਪਾਣੀ ਦਾ ਅਰਗ ਚੜਾਈ ਜਾਂਦਾ। ਤੇ ਆਹ ਮਾਮਲਾ ਇੱਕ ਇਸ ਤਰ੍ਹਾਂ ਯੂਪੀ ਦੇ ਵਾਰਾਣਸੀ ਤੋਂ ਸਾਹਮਣੇ ਆਇਆ, ਜਿੱਥੇ ਬੀਬੀਆਂ ਇਸ ਖਾਤਰਨਾਕ ਵਾਇਰਸ ਨੂੰ, ਇਸ ਮਹਾਮਾਰੀ ਨੂੰ ਮਨ ਪਤਾ ਕੀ ਰਹੀਆਂ ਨੇ? ਮਹਾਮਾਰੀ ਨਹੀਂ, ਕਰੋਨਾ ਮਾਈ। ਕਰੋਨਾ ਮਾਈ ਮੰਨ ਕੇ ਦੀ ਪੂਜਾ ਕਰਨ ਵਿੱਚ ਜੁਟ ਗਈਆਂ ਨੇ। ਦਰਅਸਲ ਕਰੋਨਾ ਨੂੰ ਹਰਾਉਣ ਲਈ ਕੋਈ ਵਿਗਿਆਨਕ ਤਰੀਕਿਆਂ ਦੀ ਵਰਤੋਂ ਕਰ ਰਿਹਾ ਹੈ ਤੇ ਕੋਈ ਆਪੋ ਆਪਣੇ ਤਰੀਕੇ ਨਾਲ ਕੋਸ਼ਿਸ਼ਾਂ ਵਿੱਚ ਜ਼ਰੂਰ ਲੱਗਿਆ ਹੋਇਆ ਹੈ। ਧਰਮ ਦੀ ਨਗਰੀ ਆਖਿਆ ਜਾਂਦਾ ਕਾਸ਼ੀ, ਉੱਥੋਂ ਦੀਆਂ ਗੰਗਾ ਘਾਟ ਤੇ ਮਹਾਮਾਰੀ ਨੂੰ ਲੋਕ ਆਸਥਾ ਨਾਲ ਜੋੜ ਕੇ ਅੱਗੇ ਵਧ ਰਹੇ ਨੇ। ਉਹ ਇਸ ਨੂੰ ਕਰੋਨਾ ਮਾਈ, ਮਹਾਮਾਰੀ ਦੱਸ ਰਹੇ ਨੇ, ਪੂਜਾ ਕਰ ਰਹੇ ਆ। ਵਾਰਾਣਸੀ ਦੇ ਗੰਗਾ ਘਾਟ ਤੇ ਬੀਬੀਆਂ ਸਵੇਰੇ ਵੀ ਪਹੁੰਚਦੀਆਂ ਤੇ ਸ਼ਾਮ ਨੂੰ ਵੀ ਪਹੁੰਚਦੀਆਂ ਤੇ ਪੂਜਾ ਕਰਦੀਆਂ ਨੇ। ਉਹਨਾਂ ਦਾ ਵਿਸ਼ਵਾਸ ਹੈ, ਤੇ ਵਿਸ਼ਵਾਸ ਇਸ ਕਦਰ ਪੱਕਾ ਹੈ ਕਿ ਇਸ ਬਿਮਾਰੀ ਨਾਲ ਦੇਵੀ ਮਾਂ ਛੇਤੀ ਸਾਨੂੰ ਨਿਜਾਤ ਦਵਾ ਸਕਦੀ ਹੈ। ਉਹਨਾਂ ਨੇ ਕਰੋਨਾ ਨੂੰ ਦੇਵੀ ਦੱਸ ਕੇ ਉਹਨੂੰ ਖੁਸ਼ ਕਰਨ ਦੇ ਵਾਸਤੇ 21 ਦਿਨਾਂ ਦੀ ਪੂਜਾ ਆਰੰਭ ਕਰ ਦਿੱਤੀ ਹੈ। ਬੀਬੀਆਂ ਗੰਗਾ ਘਾਟ ਤੇ ਸਵੇਰੇ ਵੀ ਇਕੱਠੀਆਂ ਹੁੰਦੀਆਂ, ਸ਼ਾਮ ਨੂੰ ਵੀ ਇਕੱਠੀਆਂ ਹੁੰਦੀਆਂ ਨੇ। ਕਾਫੀ ਦੇਰ ਤੱਕ ਦੀਵੇ ਫੁੱਲ ਲੈ ਕੇ ਪ੍ਰਾਰਥਨਾ ਕਰਦੀਆਂ ਦੇਖੀਆਂ ਜਾ ਸਕਦੀਆਂ ਨੇ। ਇਹਨਾਂ ਬੀਬੀਆਂ ਦਾ ਅਟੁੱਟ ਵਿਸ਼ਵਾਸ ਹੈ ਕਿ ਅਜਿਹਾ ਕਰਨ ਨਾਲ ਉਹ ਵੀ ਬਚਣਗੀਆਂ, ਉਹਨਾਂ ਦੇ ਪਰਿਵਾਰ ਵੀ ਬਚਣਗੇ, ਬਾਲ ਬੱਚੇ ਵੀ ਇਸ ਬਿਮਾਰੀ ਤੋਂ ਦੂਰ ਰਹਿਣਗੇ। ਉਹਨਾਂ ਵਿੱਚੋਂ ਇੱਕ ਬੀਬੀ ਦਾ ਤਾਂ ਇੱਥੋਂ ਤੱਕ ਕਹਿਣਾ ਸੀ ਕਿ ਅਸੀਂ ਇਹ ਪੂਜਾ ਕਰ ਰਹੇ ਹਾਂ ਤਾਂ ਕਿ ਮਹਾਮਾਰੀ ਤੋਂ ਪਰਿਵਾਰਾਂ ਨੂੰ, ਬੱਚਿਆਂ ਨੂੰ ਬਚਾਇਆ ਜਾ ਸਕੇ। ਉਹਨਾਂ ਨੂੰ ਯਕੀਨ ਹੈ ਕਿ ਛੇਤੀ ਤੋਂ ਛੇਤੀ ਸਾਨੂੰ ਇਸ ਬਿਮਾਰੀ ਤੋਂ ਜੇਕਰ ਮੁਕਤੀ ਮਿਲੇਗੀ ਤਾਂ ਇਸ ਮਹਾਮਾਰੀ ਦੀ ਪੂਜਾ ਕਰਨ ਤੋਂ ਬਾਅਦ ਮਿਲੇਗੀ। ਅਤੇ 21 ਦਿਨਾਂ ਤੱਕ ਉਹ ਕਹਿੰਦੇ ਲਗਾਤਾਰ ਅਸੀਂ ਸਵੇਰੇ ਵੀ ਸ਼ਾਮ ਵੀ ਨਾਗਾ ਕੋਈ ਨਹੀਂ ਪਾਉਣਾ, ਪੂਜਾ ਕਰਾਂਗੇ ਅਤੇ ਮਾਈ ਨੇ ਖੁਸ਼ ਹੋ ਕੇ ਫਿਰ ਸਾਡਾ ਸ਼ਹਿਰ ਛੱਡ ਜਾਣਾ ਹੈ। ਹੁਣ ਨਾ ਕਿਸੇ ਨੇ ਮੂਤ ਨਾਲ, ਕਿਸੇ ਨੇ ਗੋਹੇ ਨਾਲ, ਕਿਸੇ ਨੇ ਪਾਣੀ ਦੇ ਅਰਗ ਚੜਾ ਕੇ ਫਿਰ ਕਹੋ ਡਾਕਟਰਾਂ ਨੂੰ ਕਿ ਹਸਪਤਾਲਾਂ ਦੇ ਵਿੱਚ ਇਸ ਚੀਜ਼ ਦੀ ਵਰਤੋਂ ਕਰਨ ਲੱਗ ਜਾਣ। ਕਿੰਨੇ ਲੋਕ ਰੋਜ਼ ਮਰ ਰਹੇ ਨੇ ਕਿ ਆਕਸੀਜਨ ਨਹੀਂ ਮਿਲ ਰਿਹਾ, ਕਿੰਨੇ ਲੋਕ ਮਰ ਰਹੇ ਨੇ ਇਸ ਮਹਾਮਾਰੀ ਦੇ ਕਾਰਨ। ਫਿਰ ਤੇ ਡਾਕਟਰਾਂ ਨੂੰ ਅੱਧੀ ਰਾਤ ਤੱਕ, ਵਿਗਿਆਨੀਆਂ ਨੂੰ 18 19 ਘੰਟੇ ਜਾ ਕੇ ਟੀਕੇ ਬਣਾਉਣ ਦੀ ਕੋਈ ਲੋੜ ਨਹੀਂ ਸੀ। ਫਿਰ ਦੁਨੀਆ ਭਰ ਵਿੱਚ ਹਸਪਤਾਲ ਬਣਾਉਣ ਦੀ ਕੋਈ ਲੋੜ ਨਹੀਂ ਸੀ। ਕਿਤੇ ਨਾ ਕਿਤੇ ਸਾਨੂੰ ਲੱਗਦਾ ਹੈ ਕਿ ਅੱਜ ਅਸੀਂ 21ਵੀਂ ਸਦੀ ਵਿੱਚ ਨਹੀਂ, ਦੂਆ ਇੱਕ ਅੱਗੇ ਪਿੱਛੇ ਕਰਕੇ ਐਂ ਲੱਗਦਾ ਕਿ 12ਵੀਂ ਸਦੀ ਵਿੱਚੋਂ ਤੁਰੇ ਫਿਰ ਰਹੇ ਨੇ। ਅਗਲੀ ਜਿਹੜੀ ਖਬਰ ਹੈ, ਇੱਕ ਪਾਸੇ ਤਾਂ ਲੋਕ ਹਸਪਤਾਲਾਂ ਨੂੰ ਭੱਜ ਰਹੇ ਨੇ, ਹਸਪਤਾਲਾਂ ਦੇ ਵਿੱਚੋਂ ਮਰੀਜ਼ ਦਾ ਇਲਾਜ ਵਾਸਤੇ ਮਹਿੰਗਾ ਇਲਾਜ, ਪਰ ਦੂਸਰੇ ਪਾਸੇ ਹਸਪਤਾਲ ਬਹੁਤੇ ਲੋਕਾਂ ਨੂੰ ਮੌਤ ਦੇ ਰਹੇ ਨੇ। ਠੀਕ ਹੈ, ਕਿਸੇ ਦੀ ਮੌਤ, ਕਿਸੇ ਦੀ ਤੰਦਰੁਸਤੀ, ਇਹ ਬਾਹਲੇ ਲੋਕ ਤਾਂ ਇਹ ਸਮਝਦੇ ਆ ਕਿ ਭਾਈ ਉੱਪਰੋਂ ਲਿਖਿਆ ਹੁੰਦਾ ਕਿ ਜਿਵੇਂ ਹੋਣਾ ਤੇ ਉਵੇਂ ਹੋ ਜਾਂਦਾ। ਠੀਕ ਵੀ ਹੈ ਗੱਲ ਇਹ, ਪਰ ਹਰ ਸੰਭਵ ਯਤਨ ਕੀਤੇ ਜਾਂਦੇ ਨੇ ਉਹਨੂੰ ਬਚਾਉਣ ਤੱਕ। ਆਖਰੀ ਯਤਨ, ਹੀਲੇ ਵਸੀਲੇ ਕੀਤੇ ਜਾਂਦੇ ਆ, ਪਰ ਬੰਦਾ ਜਿਉਂਦਾ ਹੋਵੇ, ਡੈਥ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ ਹੋਵੇ, ਇਹ ਤਾਂ ਬਹੁਤ ਵੱਡਾ ਆਪਾਂ ਆਖ ਸਕਦੇ ਹਾਂ ਕਿ ਲਾਪਰਵਾਹੀ ਦਾ ਚਿੰਨ੍ਹ ਹੈ। ਇਸੇ ਤਰ੍ਹਾਂ ਖਬਰ ਮਿਲੀ ਆ ਬੰਗਾਲ ਦੇ ਨਦੀਆ ਜ਼ਿਲ੍ਹੇ ਦੇ ਹਸਪਤਾਲ ਦੇ ਵਿੱਚੋਂ, ਜਿੱਥੋਂ ਇਹ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ। ਉੱਥੋਂ ਦੇ ਨੇਤਾਜੀ ਸੁਭਾਸ਼ ਸੈਨੇਟੋਰੀਅਮ ਕੋਵਿਡ ਹਸਪਤਾਲ ਨੇ ਕੱਲ ਇੱਕ ਕਰੋਨਾ ਮਰੀਜ਼ ਦੀ ਮੌਤ ਦਾ ਸਰਟੀਫਿਕੇਟ, ਭਾਵ ਡੈਥ ਸਰਟੀਫਿਕੇਟ ਜਾਰੀ ਕਰ ਦਿੱਤਾ।
पर जदों लाश का अंतिम संस्कार करने वाले मुलाजम लाश नूं लैण वास्ते हस्पताल पहुँचते हैं, जिथे वो सी उत्थे पहुँचते हैं तो उन्हां ते पैरां हेठों जमीन खिसक जाती है। वो बंदे का डैथ सर्टिफिकेट लैके जब हस्पताल दे विच उस बैड ते पहुँचता, मरीज आराम नाल बैठा हुंदा है। उन्होंने देखा कि शायद कोई होर ना आके बह गया भी, लाश इधर उधर भी पुछया कौन है तू, मैं फलाना है। उन्होंने सर्टिफिकेट ते नाम चैक किया, बंदा उही, डेट ऑफ बर्थ पुछी, बंदा उही, अता पुता पुछया, बंदा उही। हुण तुसीं देखो कि इहदा डैथ सर्टिफिकेट जारी कर दिता कि बंदा हले जिउंदा है। परिवार ने दस्सिया कि इस व्यक्ति नूं पहलां बुखार सी, फिर सीने विच छाती च दर्द महसूस होया तो फिर उन्होंने राणा घाट उपमंडल हस्पताल विच उहनूं दाखल करवा दिता। फिर करोना पॉजिटिव रिपोर्ट आने तो बाद उहदी सेहत विगड़न लगी। उस तो बाद उन्होंने 12 मई नूं एक होर हस्पताल विच रैफर कर दिता गया। उदों तो उत्थे उसका इलाज चल रहा सी। परिवार ने दस्सिया कि बीते शुक्रवार नूं हस्पताल वालों जानकारी दी गई कि तुहाडे परिवारक जी की मौत हो गई है। अगले दिन भाव शनिचरवार नूं परिवार नूं मौत का सर्टिफिकेट जारी कर दिता गया। उन्होंने दस्सिया कि जदों लाश घर जिथे मुर्दे रखे होंदे ने, मुर्दा घर, उत्थों लाश नूं लैण वास्ते मुलाजम पहुंचे तो उत्थे तो लाश है नहीं सी, क्योंकि लाश तो उत्थे जांदी जे वो बंदा मरिया हुंदा। फिर वो जिथे उहदी डैथ हुई सी उस वार्ड दे विच पहुंचदे आ। जदों वार्ड दे विच पहुंचे तो मरीज चंगा भला अपने बिस्तर दे उत्ते बैड दे उत्ते बैठा सी। जदों इहदे बारे जिले के प्रशासकी अधिकारियों तो पूछा गया कि मामला दसो की है, मुर्दा घर विच मुर्दा नहीं, जिहड़े वार्ड विच हस्पताल विच उहनूं दाखल करवाया सी वो उत्थे बैठा तो साह भी लै रिहा तो जिउंदा है। वो कहंदे असीं इहदे ते हले टिप्पणी नहीं कर सकते, मैडिकल अधिकारियों तो संबंधित हस्पताल तो जानकारी लवांगे कि मामला होया की। पर हाले तक कहंदे इहदे बाबत सानूं कोई लिखती शिकायत भी नहीं पहुंची। भावें लिखती शिकायत नहीं पहुंची पर डैथ सर्टिफिकेट जारी किया होया उस परिवार कोल है। हुण तुसीं आप हिसाब लाओ कि अपने परिवार का कोई जी होवे जिंदा, घर टैलीफोन खड़क जे कि परिवार का जी नहीं रहा, घर तो सत्थर विछ गया ना। कई लोग इस तरह की खबर झलते नहीं हार्ट अटैक हो जाता है। बीते कई दिनों के इस तरह की खबरें मिलियां ने। जेकर कोई इस तरह की उनीकी हो जाती तो जिम्मेवार कौन? हुण प्रशासन ते हस्पताल सवालों के घेरे विच है, पर हाल की घड़ी उन्होंने टिप्पणी करने तो इनकार कर दिता है। तो अगली खबर भी लगभग एक इस तरह की है। यह खबर मध्य प्रदेश की है। मध्य प्रदेश के अशोक नगर जिले में शमशान घाट में हफड़ा दफड़ी भज दौड़ पै गई। जदों चिखा ते मरीज पाया होया वो कहते जिंदा हो गया। जिहड़े संस्कार करने वास्ते लोग सी उन्हां दा दावा है कि चिखा ते उहनूं लटाउंदे समय ये शख्स जिंदा हो गया तो अपने मूँह दे विचों कहंदे उहने ओम भी बोलिया। बस फिर की सी, एक लाश जिंदा हो जाए जिहदा संस्कार किया जा रहा है, वो संस्कार वाले भी हैरान, परिवार वाले भी हैरान। ये वेखदे ही तुरंत डॉक्टर बुला ले गए कि आओ बई तुसीं साडे मरीज नूं डैथ सर्टिफिकेट जारी करके तुसीं शमशान घाट भेज दिता, साडा तां बंदा जिउंदा है। वो जब डॉक्टर मौके ते पहुंचे कहंदे काली नाल इहनूं आओ हस्पताल लै चलीए, हो सकदा भी जिउंदा ही होवे, गलती लगी होवे। जदों हस्पताल लैके गए डॉक्टरां ने फिर जांच की, वो कहंदे तां मरिया होया। हुण फिर डॉक्टरां नूं पुछया कि ये दसो तुहाडे सामने असीं नहीं, परिवार दे जी नहीं, जिहड़े बंदे संस्कार करन लगे सी वो तुहानूं दस रहे ने कि बंदा साह भी लैंदा सी ते ओम भी बोलिया। वो कहंदे होया होऊगा। मरिया होया व्यक्ति फिर जिंदा किवें हो गया? वो कहंदे जिंदा होण जां मरण दे वख-वख तर्क ने। डॉक्टरां दे मुताबक फेफड़िਆਂ ਦੇ ਵਿੱਚ हो सकता कहंदे कुछ ऑक्सीजन रह गई होवे, जिहदे कारण ये हो सकता उन्हें साह लिया होवे, ਪਹਿਲਾਂ गलती नाल उसनूं जां फिर मृतक करार ऐलान दिता गया होवे, जां वाकई कि ये शख्स जिंदा होया भी सी। किते भुलेखा तां नहीं ਉਹਦੇ ਤੇ ਲੱਕੜਾਂ ਲੁਕੜਾਂ ਚੜਨ ਲੱਗੇ ਹੁਣ ਉਹਨਾਂ ਨੂੰ ਲੱਗਿਆ ਹੋਵੇ कि ਇਹ ਹਿੱਲਿਆ। ਹੁਣ ਇੱਕ ਵਿਅਕਤੀ ਦਾ ਮਰ ਕੇ ਜਿੰਦਾ ਹੋ ਜਾਣਾ ਆਪਣੇ ਆਪ ਦੇ ਵਿੱਚ ਚਮਤਕਾਰ ਹੈ, पर अपने आप दे डॉक्टर हाले भी उस थां दे उत्ते स्टैंड करते हैं। वो कहते हो सकता कि तुहानूं भुलेखा लग्या होवे। फिर दोबारा मृतक करार दिता गया, फिर चिखा तैयार सी, दोबारा लिया के उसका संस्कार कर दिता गया। सारियां प्रक्रियावां जिहड़ियां सीगियां उन्हां दियां वो कोविड के नियमां के अनुसार नहीं कीतियां गईयां। जिहड़ी आ खबर च अहम है, जिस वक्त पहलां भी कहते हैं कि उस मुर्दे ने साह लिया, उस वक्त भी किसी भी व्यक्ति दे पीपी किट नहीं सी पाई हुई। परिवारक मैंबर बिल्कुल आले दुआले सन।
ਜਦੋਂ ਫਿਰ ਦੁਬਾਰਾ ਦੱਸਿਆ ਗਿਆ ਕਿ ਇਹ ਮਰੀਜ਼ ਜ਼ਿੰਦਾ ਹੋ ਗਿਆ, ਜਦੋਂ ਉੱਥੇ ਡਾਕਟਰ ਪਹੁੰਚੇ ਉਸ ਵਕਤ ਵੀ ਕਿਸੇ ਨੇ ਕੋਈ ਦੂਰੀ ਨਹੀਂ ਸੀ ਬਣਾਈ ਹੋਈ, ਕਿਸੇ ਨੇ ਉਹ ਪ੍ਰੀਕਾਸ਼ਨ ਜਿਹੜੇ ਲੈਣੇ ਸੀ ਉਹ ਨਹੀਂ ਸੀ ਲਏ ਹੋਣੇ। ਇਹ ਜ਼ਰੂਰ ਚਿੰਤਾ ਦਾ ਵਿਸ਼ਾ ਹੈ ਕਿ ਜੇਕਰ ਇੱਕ ਵਿਅਕਤੀ ਪੋਜ਼ਿਟਿਵ ਹੋਣ ਤੋਂ ਬਾਅਦ ਉਸਦੀ ਡੈਥ ਹੋਈ ਹੈ ਤਾਂ ਉਹਦੀ ਲਾਸ਼ ਤੋਂ ਕਹਿੰਦੇ ਨੇ ਕਿ ਦੂਰੀ ਬਣਾ ਕੇ ਰੱਖਣੀ ਹੈ, ਪਰ ਸੰਸਕਾਰ ਵਕਤ ਕਿਸੇ ਨੇ ਕੋਈ ਪ੍ਰੋਟੋਕੋਲ ਦਾ ਪਾਲਣ ਕੀਤਾ ਨਹੀਂ। ਤੇ ਅਗਲੀ ਖਬਰ ਜਿਹੜੀ ਉਹ ਕੋਵਿਡ ਵੈਕਸੀਨ ਨੂੰ ਲੈ ਕੇ ਹੰਗਾਮਾ ਮਚਿਆ ਹੋਇਆ। ਕੱਲ ਦੇ ਪ੍ਰੋਗਰਾਮ ਦੌਰਾਨ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ ਦਿੱਲੀ ਦੇ ਵਿੱਚ ਕੁਝ ਲੋਕਾਂ ਨੇ ਪੋਸਟਰ ਲਾ ਦਿੱਤੇ ਕਿ ਸਾਡੇ ਬੱਚਿਆਂ ਦੀਆਂ ਦਵਾਈਆਂ ਵਿਦੇਸ਼ਾਂ ਨੂੰ ਕਿਉਂ। ਉਹਦੇ ਤੋਂ ਬਾਅਦ ਕਈ FIR ਦਰਜ ਹੋ ਗਈਆਂ ਤੇ ਕਈ ਗ੍ਰਿਫਤਾਰੀਆਂ ਹੋ ਗਈਆਂ ਸੀ। ਹੁਣ ਜਿਹੜੇ ਲੋਕ ਇਸ ਗੱਲ ਦਾ ਵਿਰੋਧ ਕਰ ਰਹੇ ਨੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਆਲੋਚਨਾ ਕਰ ਰਹੇ ਸੀ, ਜਿਨ੍ਹਾਂ ਨੇ ਉਹ ਪੋਸਟਰ ਲਾਏ ਸੀ ਉਹਨਾਂ ਦੇ ਖਿਲਾਫ ਮਾਮਲੇ ਦਰਜ, ਉਹਨਾਂ ਦੇ ਖਿਲਾਫ FIR ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਇਸ ਖਬਰ ਦੇ ਪ੍ਰਕਾਸ਼ ਵਿੱਚ ਆਉਣ ਤੋਂ ਬਾਅਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਘੇਰ ਲਿਆ। ਉਹਨਾਂ ਨੇ ਆਪਣੇ ਟਵੀਟ ਦੇ ਉੱਤੇ ਇਹੀ ਪੋਸਟਰ ਸ਼ੇਅਰ ਕੀਤੇ ਹੈ। ਉਹ ਕਹਿੰਦੇ ਦਿੱਲੀ 'ਚ ਤੁਸੀਂ ਕਰ ਲਈਆਂ ਲੋਕਾਂ ਦੀਆਂ ਗ੍ਰਿਫਤਾਰੀਆਂ, ਕੀ ਲੋਕ ਆਵਾਜ਼ ਨਹੀਂ ਚੁੱਕ ਸਕਦੇ। ਉਹਨਾਂ ਨੇ ਕੇਂਦਰ ਸਰਕਾਰ ਨੂੰ ਖੁੱਲੀ ਚੁਣੌਤੀ ਦਿੱਤੀ। ਉਹ ਕਹਿੰਦੇ ਆਹ ਕਰ ਦਿੱਤੇ ਅਸੀਂ ਪੋਸਟਰ ਸ਼ੇਅਰ, ਆਓ ਨਾਲ ਪਤਾ ਕੀ ਲਿਖਿਆ, ਮੈਨੂੰ ਵੀ ਗ੍ਰਿਫਤਾਰ ਕਰੋ। ਪ੍ਰਿਯੰਕਾ ਗਾਂਧੀ ਨੇ ਵੀ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੇ ਇਹੀ ਪ੍ਰੋਫਾਈਲ ਫੋਟੋ ਬਦਲੀ, ਇਹੀ ਪੋਸਟਰ ਸ਼ੇਅਰ ਕੀਤਾ ਤੇ ਉਹਨਾਂ ਲਿਖਿਆ, ਮੋਦੀ ਜੀ ਸਾਡੇ ਬੱਚਿਆਂ ਦੀ ਵੈਕਸੀਨ ਵਿਦੇਸ਼ ਕਿਉਂ ਭੇਜ ਦਿੱਤੀ। ਕਿਉਂਕਿ ਤੁਹਾਨੂੰ ਪਤਾ ਹੈ ਕਿ ਇੱਕ ਨਹੀਂ ਲਗਭਗ 93 ਮੁਲਕਾਂ ਨੂੰ ਭੇਜੀ ਹੈ। ਬਹੁਤ ਸਾਰੇ ਉਹ ਮੁਲਕ ਨੇ ਇਹਨਾਂ ਨੂੰ ਗ੍ਰਾਂਟ ਦੇ ਤੌਰ ਤੇ ਦੇ ਦਿੱਤੀ। ਅੱਜ ਪ੍ਰੋਗਰਾਮ ਪੰਜਾਬ ਬੋਲਦਾ ਵਿੱਚ ਮੈਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਅੰਮ੍ਰਿਤਸਰ ਦੀ। ਲੋਕਾਂ ਨੂੰ ਮੈਸੇਜ ਆਏ ਹੋਏ ਸੀ ਕਿ ਟੀਕੇ ਲਵਾਉਣ ਆਓ, ਉੱਥੇ ਗਏ ਨਾ ਟੀਕੇ ਸੀ ਨਾ ਟੀਕਾ ਲਾਉਣ ਵਾਲੀ ਟੀਮ। ਬੀਤੇ ਦਿਨੀ ਤੁਹਾਡੇ ਨਾਲ ਹੁਸ਼ਿਆਰਪੁਰ ਦੀ ਖਬਰ ਸਾਂਝੀ ਕੀਤੀ ਸੀ। ਕਪਲ ਹਸਬੈਂਡ ਵਾਈਫ ਲਗਭਗ 40 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਮੋਟਰਸਾਈਕਲ ਤੇ ਟੀਕੇ ਲਵਾਉਣ ਗਏ ਸੀ। ਦੋ ਥਾਂ ਦਾ ਐਡਰੈਸ ਸੀ, ਦੋਵਾਂ ਥਾਵਾਂ ਤੇ ਨਾ ਟੀਕੇ ਲਾਉਣ ਵਾਲੇ ਸੀ ਨਾ ਟੀਮ ਸੀ। ਸੁਣ ਆ ਪੋਸਟ ਨੂੰ ਲੈ ਕੇ ਡੂੰਘਾ ਵਿਵਾਦ ਹੋ ਗਿਆ, ਕਿਉਂਕਿ ਤੁਹਾਨੂੰ ਸ਼ਾਇਦ ਕੱਲ ਵਾਲੀ ਖਬਰ ਯਾਦ ਹੋਵੇ ਕਿ ਦਿੱਲੀ ਦੇ ਪੂਰਬੀ ਅਤੇ ਉੱਤਰ ਪੂਰਬੀ ਜ਼ਿਲ੍ਹਿਆਂ ਦੇ ਵਿੱਚ ਕਈਆਂ ਥਾਵਾਂ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੁੱਧ ਪੋਸਟਰ ਲਗਾਏ ਗਏ ਸੀ। ਉਸ ਗੰਭੀਰਤਾ ਨੂੰ, ਉਹਨਾਂ ਪੋਸਟਰਾਂ ਨੂੰ ਲੈਂਦਿਆਂ ਹੋਇਆਂ ਦਿੱਲੀ ਦੇ ਵੱਖੋ-ਵੱਖ ਥਾਣਿਆਂ ਵਿੱਚ ਮੁਕੱਦਮੇ ਦਰਜ ਅਤੇ ਬਹੁਤ ਸਾਰੇ ਲੋਕਾਂ ਦੀਆਂ ਗ੍ਰਿਫਤਾਰੀਆਂ। ਹੁਣ ਵੇਖਦੇ ਹਾਂ ਕਿ ਪ੍ਰਿਯੰਕਾ ਨੇ ਅਤੇ ਰਾਹੁਲ ਨੇ ਕਿਹਾ ਕਿ ਸਾਨੂੰ ਗ੍ਰਿਫਤਾਰ ਕਰੋ। ਉਹਨਾਂ ਨੇ ਤਾਂ ਪੋਸਟਰ ਲਾਏ ਸੀ ਸਿਰਫ ਕੰਧ ਤੇ ਪੋਸਟਰ ਉੱਤੇ 100 ਬੰਦਾ ਲੰਘ ਗਿਆ ਹੋਣਾ ਹੈ, 1000 ਲੰਘ ਗਿਆ ਹੋਣਾ ਹੈ, 10,000 ਲੰਘ ਗਿਆ ਹੋਣਾ ਹੈ। ਪਰ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਦੇ ਫਾਲੋਅਰ ਦੇਖੋ ਤੇ ਦੁਨੀਆ ਭਰ ਦੇ ਵਿੱਚ ਇਹ ਖਬਰ ਗਈ ਹੈ। ਜੇ ਉੱਥੇ ਇਤਰਾਜ਼ ਸੀ ਫਿਰ ਇੱਥੇ ਇਤਰਾਜ਼ ਕੀਤਾ ਜਾਊ। ਜੇ ਉਹ ਗ੍ਰਿਫਤਾਰ ਸੀ ਕੀ ਇਹ ਗ੍ਰਿਫਤਾਰ ਕੀਤੇ ਜਾਣਗੇ, ਜਾਂ ਉਹਨਾਂ ਦਾ ਇਹ ਕਹਿਣਾ ਕਿ ਸਾਡੀ ਵੈਕਸੀਨ ਤੁਸੀਂ ਵਿਦੇਸ਼ ਕਿਉਂ ਭੇਜੀ, ਕੀ ਵਾਕਈ ਜ਼ੁਰਮ ਹੈ? ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਟਿੱਪਣੀ ਤੁਸੀਂ ਜ਼ਰੂਰ ਕਰਿਓ। ਅਗਲੀ ਖਬਰ ਵੱਡੀ ਖਬਰ ਹੈ, ਬੇਅਦਬੀ ਮਾਮਲਾ। ਪਹਿਲੀ ਰਿਪੋਰਟ ਵੀ ਖਾਰਜ, ਸਿੱਟ ਵੀ ਖਾਰਜ, ਜਿਸ ਨੂੰ ਲੈ ਕੇ ਕਾਂਗਰਸ ਦੇ ਵਿੱਚ ਭੁਚਾਲ ਆਇਆ ਪਿਆ। ਪਰ ਅੱਜ ਖਬਰ ਮਿਲ ਰਹੀ ਹੈ ਕਿ ਇਸ ਸਿੱਟ ਨੇ ਕੁਝ ਵਿਅਕਤੀ ਗ੍ਰਿਫਤਾਰ ਕੀਤੇ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ, ਬੇਅਦਬੀ ਤੋਂ ਬਾਅਦ ਗੋਲੀ ਕਾਂਡ ਵਾਪਰਦਾ ਹੈ। ਹੁਣ ਜਾਣਕਾਰੀ ਮਿਲੀ ਹੈ ਕਿ ਇਹਨਾਂ ਕੇਸਾਂ ਦੀਆਂ ਫਾਈਲਾਂ CBI ਤੋਂ ਵਾਪਸ ਲੈਣ ਤੋਂ ਬਾਅਦ ਪੰਜਾਬ ਪੁਲਿਸ ਨੇ ਬੇਅਦਬੀ ਮਾਮਲਿਆਂ ਨੂੰ ਹੱਲ ਕਰਨ ਦੇ ਵਿੱਚ ਅੱਜ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਬੇਅਦਬੀ ਜਿਹੜੀ ਕੀਤੀ ਗਈ ਸੀ, ਜਿਹੜੇ ਸਰੂਪ ਚੋਰੀ ਕੀਤੇ ਗਏ ਸੀ, ਉਸ ਕੇਸ ਦੇ ਵਿੱਚ ਨਾਮਜ਼ਦ 6 ਡੇਰਾ ਪ੍ਰੇਮੀ ਅੱਜ ਗ੍ਰਿਫਤਾਰ ਕਰ ਲਏ ਗਏ ਹੈ। ਉਹਨਾਂ ਦੀ ਪਛਾਣ ਨਿਸ਼ਾਨ ਸਿੰਘ, ਰਣਜੀਤ ਸਿੰਘ, ਪ੍ਰਦੀਪ ਸਿੰਘ ਤਿੰਨੇ ਕੋਟਕਪੂਰਾ ਦੇ ਦੱਸੇ ਗਏ ਹੈ। ਇਹਨਾਂ ਤੋਂ ਇਲਾਵਾ ਬਲਜੀਤ ਸਿੰਘ ਤੇ ਸ਼ਕਤੀ ਸਿੰਘ ਫਰੀਦਕੋਟ ਦੇ ਦੱਸੇ ਗਏ ਹੈ ਅਤੇ ਇੱਕ ਸੁਖਵਿੰਦਰ ਸਿੰਘ ਸਨੀ ਦੱਸਿਆ ਗਿਆ, ਜਿਨ੍ਹਾਂ ਨੂੰ AIG ਰਜਿੰਦਰ ਸਿੰਘ ਸੋਹਲ ਦੀ ਅਗਵਾਈ ਵਾਲੀ ਟੀਮ ਨੇ ਗ੍ਰਿਫਤਾਰ ਕੀਤਾ ਹੈ। ਸਿੱਟ ਨੂੰ ਵੱਡੀ ਸਫਲਤਾ ਤੋਂ ਬਾਅਦ ਗੁਰੂ ਸਾਹਿਬ ਦੇ ਅੰਗਾਂ ਦੀ ਬੇਅਦਬੀ ਅਤੇ ਸਰੂਪ ਚੋਰੀ ਕਰਨ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਸਜ਼ਾਵਾਂ ਦੇਣ ਵਾਸਤੇ ਹੁਣ ਲੱਗਦਾ ਕਿ ਸ਼ਾਇਦ ਇੱਕ ਵਾਰੀ ਫਿਰ ਆਸ ਦੀ ਕਿਰਨ ਜਾਗੀ ਹੈ, ਜਾਂ ਫਿਰ ਇਹ ਪਹਿਲਾਂ ਵੀ ਗ੍ਰਿਫਤਾਰੀਆਂ ਹੁੰਦੀਆਂ ਰਹੀਆਂ ਨੇ, ਫਿਰ ਟਾਈਮ ਟਪਾਇਆ ਜਾਏਗਾ। ਸਿੱਟ ਦੇ ਮੈਂਬਰ ਹੁਣ ਮੁਲਜ਼ਮਾਂ ਦੇ ਕੋਲੋਂ ਬੇਅਦਬੀ ਦੇ ਪਿੱਛੇ ਦੀ ਵਜ੍ਹਾ ਕੀ ਸੀ, ਵੱਖ-ਵੱਖ ਪਹਿਲੂ ਕਿਹੜੇ ਸਨ, ਉਹਨਾਂ ਤੇ ਪੜਤਾਲ ਕਰ ਰਹੇ ਹੈ। ਟੀਮ ਦੀ ਅਗਵਾਈ ਖੁਦ ਸਿੱਟ ਦੇ ਚੇਅਰਮੈਨ ਤੇ IG ਬਾਰਡਰ ਰੇਂਜ SPS ਪਰਮਾਰ ਕਰ ਰਹੇ ਸੀ।
ਪੁਲਿਸ ਸੂਤਰਾਂ ਨੇ ਜਿਹੜੀ ਜਾਣਕਾਰੀ ਦਿੱਤੀ ਆ ਉਹਦੇ ਮੁਤਾਬਕ ਪੁਲਿਸ ਨੂੰ ਕੁਝ ਅਜਿਹੇ ਸੁਰਾਗ ਮਿਲੇ ਜਿਨ੍ਹਾਂ ਨੂੰ ਆਧਾਰ ਬਣਾ ਕੇ ਕੁਝ ਹੋਰ ਅਹਿਮ ਤੇ ਵੱਡੇ ਖੁਲਾਸੇ ਆਉਣ ਵਾਲੇ ਕੁਝ ਸਮੇਂ ਵਿੱਚ ਕੀਤੇ ਜਾਣ ਦੀ ਸੰਭਾਵਨਾ ਹੈ। ਦੱਸਣਾ ਬਣਦਾ ਹੈ ਕਿ ਸਾਲ 2015 ਨਾਲ 14-15 ਨਾਲ ਸੰਬੰਧਿਤ ਬਰਗਾੜੀ ਬੇਅਦਬੀ ਮਾਮਲੇ ਦੇ ਵਿੱਚ 3 ਕੇਸ ਨੇ ਜਿਨ੍ਹਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ, ਗਲੀਆਂ ਵਿੱਚ ਖਿਲਾਰਨ ਤੋਂ ਇਲਾਵਾ ਪਵਿੱਤਰ ਸਰੂਪ ਚੋਰੀ ਕਰਨ ਅਤੇ ਪਿੰਡਾਂ ਵਿੱਚ ਪੋਸਟਰ ਲਗਾਉਣ ਦੇ ਮਾਮਲੇ ਸ਼ਾਮਲ ਨੇ, ਜਿਨ੍ਹਾਂ ਨੂੰ ਲੈ ਕੇ ਫਰੀਦਕੋਟ ਦੇ ਬਾਜਾਖਾਨਾ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਹਨਾਂ ਕੇਸਾਂ ਦੀ ਜਿਹੜੀ ਪੜਤਾਲ ਸੀ ਉਸ ਵੇਲੇ ਦੀ ਸਰਕਾਰ ਨੇ CBI ਨੂੰ ਸੌਂਪ ਦਿੱਤੀ ਸੀ, ਪਰ ਬਾਅਦ ਵਿੱਚ ਆ ਜਿਹੜੀ ਮੌਜੂਦਾ ਸਰਕਾਰ ਹੈ, ਕੈਪਟਨ ਸਰਕਾਰ ਹੈ, ਇਹਨਾਂ ਨੇ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਇਹ ਪੜਤਾਲ CBI ਤੋਂ ਵਾਪਸ ਲੈਣ ਦੀ ਮੰਗ ਕੀਤੀ ਸੀ। CBI ਨੇ ਸਰਕਾਰ ਵੱਲੋਂ ਪਾਸ ਮਤੇ ਦੇ ਖਿਲਾਫ ਹਾਈ ਕੋਰਟ ਤੇ ਸੁਪਰੀਮ ਕੋਰਟ ਵਿੱਚ ਦਾਖਲ ਚੁਣੌਤੀ ਵੀ ਕੀਤੀ ਸੀ, ਪਰ ਕੇਸ ਵਾਪਸ ਲੈਣ ਦੇ ਵਿੱਚੋਂ ਨਾਕਾਮ ਰਹੀ ਸੀ। ਹੁਣ ਸਿੱਟ ਨੇ ਫਰਵਰੀ 2021 ਵਿੱਚ ਇਹਨਾਂ ਕੇਸਾਂ ਦੀ ਦੁਬਾਰਾ ਜਾਂਚ ਪੜਤਾਲ ਸ਼ੁਰੂ ਕੀਤੀ। ਤਿੰਨਾਂ ਕੇਸਾਂ ਦੀ ਪੜਤਾਲ ਪੰਜਾਬ ਪੁਲਿਸ ਦੇ ਆਲਾ ਅਫਸਰ IG ਪਰਿਵਾਰ ਤੋਂ ਇਲਾਵਾ AIG ਅਤੇ ਸਾਬਕਾ SSP ਗੁਰਦਾਸਪੁਰ ਰਜਿੰਦਰ ਸਿੰਘ ਸੋਹਲ, ਇੰਸਪੈਕਟਰ ਦਲਵੀਰ ਸਿੰਘ ਕਰ ਰਹੇ ਨੇ ਤੇ ਹੁਣ ਇਹਨਾਂ ਮਾਮਲਿਆਂ ਵਿੱਚ ਹੋਰ ਗ੍ਰਿਫਤਾਰੀਆਂ ਦੇ ਵੀ ਚਰਚੇ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਪੂਰੇ ਪੰਜਾਬ ਤੇ ਸੰਸਾਰ ਦੀਆਂ ਸਿੱਖ ਸੰਗਤਾਂ, ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਇਨਸਾਫ ਪਸੰਦ ਲੋਕਾਂ ਦੀ ਨਿਗਾਹ ਇਹਨਾਂ ਕੇਸਾਂ ਤੇ ਟਿਕੀ ਹੋਈ ਹੈ। ਇਹਨਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵਿੱਚ ਭਾਰੀ ਰੋਸ ਹੈ। ਸਿਰਫ ਸਿੱਖ ਜਥੇਬੰਦੀਆਂ ਵਿੱਚ ਹੀ ਨਹੀਂ, ਕਾਂਗਰਸ ਦੇ ਅੰਦਰ ਵੀ ਭੁਚਾਲ ਖੜਾ ਹੋਇਆ ਹੈ। ਬੀਤੇ ਦਿਨੀ ਸੁਖਜਿੰਦਰ ਸਿੰਘ ਰੰਧਾਵਾ ਨਾਰਾਜ਼ ਹੋਏ ਤੇ ਹਾਲੇ ਵੀ ਕਹਿੰਦੇ ਆ ਕਿ ਉਸ ਮਸਲੇ ਤੇ ਮੇਰਾ ਅੱਜ ਵੀ ਸਟੈਂਡ ਉਹੀ ਹੈ। ਅੱਜ ਪ੍ਰੋਗਰਾਮ ਪੰਜਾਬ ਬੋਲਦਾ ਦੇ ਵਿੱਚ ਕੁਝ ਸਬੂਤ ਪੇਸ਼ ਕੀਤੇ ਨੇ ਜਿਹੜੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਉਹ ਸਾਂਝੇ ਕੀਤੇ ਗਏ ਸੀ, ਕਿਉਂਕਿ ਬੀਤੇ ਦਿਨੀ ਚੁਣੌਤੀ ਦੇ ਦਿੱਤੀ ਸੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਕਿ ਜੇ ਤੁਹਾਡੇ ਕੋਲ ਸਬੂਤ ਨੇ ਤਾਂ ਪੇਸ਼ ਕਰੋ। ਉਸ ਖੁੱਲੀ ਚੁਣੌਤੀ ਨੂੰ ਸਵੀਕਾਰਿਆ ਸੀ ਅਤੇ ਉਹਨਾਂ ਨੇ ਕੁਝ ਵੀਡੀਓ ਨਸ਼ਰ ਕੀਤੇ ਹੈ। ਪਹਿਲਾਂ ਇਹ ਦਾਅਵੇ ਕੀਤੇ ਜਾ ਰਹੇ ਸੀ ਕਿ ਪੁਲਿਸ ਦੇ ਉੱਤੇ ਲੋਕਾਂ ਨੇ ਹਮਲਾ ਕੀਤਾ, ਸੰਗਤ ਨੇ ਹਮਲਾ ਕੀਤਾ, ਉਹਨਾਂ ਦੇ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ, ਪਰ ਵੀਡੀਓ ਵਿੱਚ ਨਜ਼ਰ ਆਉਂਦਾ ਹੈ ਕਿ ਸੰਗਤ ਬੈਠੀ ਹੈ, ਸੰਗਤ ਪਾਠ ਕਰ ਰਹੀ ਹੈ। ਸੰਗਤ ਦੇ ਉੱਤੇ ਜਦੋਂ ਲਾਠੀ ਚਾਰਜ ਕੀਤਾ ਜਾਂਦਾ ਸੰਗਤ ਫੇਰ ਉੱਠਦੀ ਹੈ। ਸੰਗਤ ਦੇ ਉੱਤੇ ਪਾਣੀ ਦੀਆਂ ਵਾਛੜਾਂ ਵੀ ਵਾਰੀਆਂ ਜਾਂਦੀਆਂ ਨੇ। ਹੁਣ ਵੇਖਦੇ ਹਾਂ ਕਿ ਕੀ ਵਾਕਈ ਇਨਸਾਫ ਮਿਲੂ ਜਾਂ ਇੱਕ ਵਾਰ ਫੇਰ ਉਹੀ ਡੰਗ ਟਪਾਇਆ ਜਾਏਗਾ। ਅਗਲੀ ਖਬਰ ਹੈ ਨਾਭੇ ਦੇ ਨੇੜਲੇ ਇੱਕ ਪਿੰਡ ਦੀ। ਉਸ ਪਿੰਡ ਨੇ ਇੱਕ ਵੱਡਾ ਫੈਸਲਾ ਕੀਤਾ। ਫੈਸਲਾ ਕੀ ਕੀਤਾ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਨਾਭੇ ਦੇ ਨੇੜੇ ਪੈਂਦਾ ਪਿੰਡ ਅਜਨੌਦਾ। ਅਜਨੌਦੇ ਦੇ ਵਿੱਚ 15 ਦਿਨਾਂ ਦੇ ਵਿੱਚ 13 ਲੋਕਾਂ ਦੀ ਮੌਤ ਹੋਈ ਹੈ। ਇੰਨੀਆਂ ਮੌਤਾਂ ਹੋਣ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਜਦੋਂ ਤੱਕ ਕਰੋਨਾ ਵਾਇਰਸ ਹੈ ਜਾਂ ਇਹ ਮਹਾਮਾਰੀ ਹੈ ਉਦੋਂ ਤੱਕ ਪਿੰਡ ਵਿੱਚ ਨਾ ਕਿਸੇ ਦਾ ਵਿਆਹ ਕੀਤਾ ਜਾਏਗਾ, ਨਾ ਹੀ ਕੋਈ ਪਿੰਡ ਦਾ ਵਿਅਕਤੀ ਸਿੰਘੂ ਸਰਹੱਦ ਤੇ ਕਿਸਾਨ ਧਰਨੇ ਵਿੱਚ ਸ਼ਾਮਲ ਹੋਣ ਵਾਸਤੇ ਜਾਏਗਾ, ਨਾ ਹੀ ਜੇਕਰ ਕਿਸੇ ਵਿਅਕਤੀ ਦੀ ਮੌਤ ਹੁੰਦੀ ਹੈ ਮੌਤ ਤੋਂ ਬਾਅਦ ਗੁਰਦੁਆਰਾ ਸਾਹਿਬ ਵਿੱਚ ਭੋਗ ਵੀ ਨਹੀਂ ਪਾਇਆ ਜਾਏਗਾ। ਸਿਰਫ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾਏਗਾ। ਬਾਕੀ ਦੀਆਂ ਰਸਮਾਂ ਮ੍ਰਿਤਕ ਦੇ ਘਰ ਦੇ ਵਿੱਚ ਹੋਣਗੀਆਂ। ਨਾਲ ਹੀ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਵੀ ਕਰਵਾ ਦਿੱਤੀ ਗਈ ਹੈ ਕਿ ਕਿਸੇ ਵੀ ਅਣਜਾਣ ਵਿਅਕਤੀ ਦੇ ਪਿੰਡ ਵਿੱਚ ਆਉਣ ਤੋਂ ਪਹਿਲਾਂ ਉਸ ਦੀ ਜਾਣਕਾਰੀ ਇਕੱਤਰ ਕੀਤੀ ਜਾਵੇ ਇਹ ਕੌਣ ਹੈ। ਪਿੰਡ ਦੇ ਲੋਕਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਸਾਫ਼-ਸਾਫ਼ ਆਖ ਦਿੱਤਾ ਕਿ ਜੇਕਰ ਕੋਈ ਮਾੜੀ ਮੋਟੀ ਛੋਟੀ ਮੋਟੀ ਪਰੇਸ਼ਾਨੀ ਆ ਉਹ ਪਿੰਡ ਨਾ ਆਉਣ। ਕੋਈ ਹਾਲ ਚਾਲ ਪੁੱਛਣਾ ਚਾਹੁੰਦੇ ਆ ਤਾਂ ਫੋਨ ਤੇ ਹਾਲ ਚਾਲ ਪੁੱਛਿਆ ਜਾਵੇ। ਇਸ ਤੋਂ ਇਲਾਵਾ ਪਿੰਡ ਦੇ ਜਿਹੜੇ ਐਂਟਰੀ ਪੁਆਇੰਟ ਨੇ ਉਹਨਾਂ ਦੇ ਉੱਤੇ ਬੈਨਰ ਲਾ ਦਿੱਤੇ ਗਏ ਹੈ। ਉਹਨਾਂ ਵਿੱਚ ਲਿਖਿਆ ਹੈ ਕਿ ਬਾਹਰੀ ਪਿੰਡ ਦੇ ਲੋਕਾਂ ਦਾ ਪਿੰਡ ਵਿੱਚ ਵੜਨ ਤੇ ਇਸ ਵਕਤ ਮਨਾਹੀ ਆ, ਉਹ ਸਾਡੇ ਪਿੰਡ ਨਾ ਆਉਣ। ਕਿਉਂਕਿ ਮੈਂ ਤੁਹਾਨੂੰ ਦੱਸ ਰਿਹਾ ਕਿ ਪਿੰਡ ਵਿੱਚ 15 ਦਿਨਾਂ ਦੇ ਵਿੱਚ 13 ਮੌਤਾਂ ਹੋਈਆਂ ਨੇ। ਇਹਨਾਂ ਵਿੱਚੋਂ 3 ਆਦਮੀ ਅਤੇ 10 ਮਹਿਲਾਵਾਂ ਦੱਸੀਆਂ ਗਈਆਂ ਨੇ। ਇਹਨਾਂ ਵਿੱਚੋਂ 5 ਲੋਕ ਕੋਵਿਡ ਪੋਜ਼ਿਟਿਵ ਸੀ ਅਤੇ ਬਾਕੀਆਂ ਨੇ ਕੋਈ ਟੈਸਟ ਕਰਵਾਇਆ ਨਹੀਂ ਸੀ। ਮ੍ਰਿਤਕਾਂ ਦੀ ਜਿਹੜੀ ਉਮਰ ਹੈ ਉਹ 45 ਤੋਂ ਲੈ ਕੇ 70 ਵਰ੍ਹਿਆਂ ਦੇ ਵਿਚਕਾਰ ਦੱਸੀ ਗਈ ਹੈ। 5 ਮਰੀਜ਼ਾਂ ਦੇ ਇਨਫੈਕਟਡ ਹੋਣ ਦਾ ਵੀ ਪਤਾ ਉਸ ਵਕਤ ਲੱਗਿਆ ਸੀ ਜਦੋਂ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਅਸਲ ਦੇ ਵਿੱਚ ਪਹਿਲਾਂ ਲੋਕ ਕਹਿੰਦੇ ਸਾਨੂੰ ਡਰ ਸੀ ਕਿ ਜੇਕਰ ਅਸੀਂ ਟੈਸਟ ਕਰਵਾ ਲਿਆ ਉਹਦੇ ਤੋਂ ਬਾਅਦ ਸਾਨੂੰ ਜ਼ਬਰਦਸਤੀ ਹਸਪਤਾਲ ਵਿੱਚ ਰੱਖ ਲਿਆ ਜਾਏਗਾ। ਇਸ ਲਈ ਕਿਸੇ ਨੇ ਵੀ ਟੈਸਟ ਨਹੀਂ ਕਰਵਾਇਆ ਤੇ ਨਾ ਹੀ ਪਿੰਡ ਦੇ ਲੋਕਾਂ ਨੇ ਡਰ ਕਰਕੇ ਕਿ ਟੀਕੇ ਅਸਲ ਦੇ ਵਿੱਚ ਨਹੀਂ, ਟੀਕਿਆਂ ਦੇ ਅਸਰ ਮਾਰੂ ਨੇ ਟੀਕਾ ਵੀ ਨਹੀਂ ਲਵਾਇਆ। ਹੁਣ ਪਿੰਡ ਦੇ ਲੋਕ ਦੱਸਦੇ ਨੇ
कि इस समय 4 लोग कोरोना तो इन्फैक्ट ने ਜਿਹੜੇ इस वक्त घरां ਦੇ ਵਿੱਚ ਜਿਨ੍ਹਾਂ ਨੇ ਕੁਆਰੰਟੀਨ ਕੀਤਾ ਹੋਇਆ। सो पिंड ਦੇ ਲੋਕਾਂ ने एक होर इकट्ठे होकर फैसला किया है कि ਜਿਹੜਾ खेती कानूनों के खिलाफ इस वक्त दिल्ली ਦੇ ਵਿੱਚ धरना चल रहा है, हर हफ्ते 7 व्यक्ति लड़ीवार इस पिंड ਦੇ ਵਿੱਚੋਂ ਉੱਥੇ जा रहे सी। पर पिंड ਦੇ लोक नाल ਇਹ ਦੱਸਦੇ ਹੈ कि जिन्ने भी लोग ਸਿੰਘੂ सरहद ਤੇ गए उन्हां विचों मरण वाला कोई नहीं। ये अपने आप दे विच महत्वपूर्ण खबर है कि सरकार भी कही जाती है कि जिहड़े लोग किसानी धरने विच जांदे आ शायद उही करोना लेके आ रहे हैं। पर पिंड दे लोकां ने ये गल तस्दीक की है कि जिहड़ियां ये 13 मौतां होईयां ने, 13 दे 13 लोकां दे विचों कोई भी बंदा इस धरने दे विच नहीं सी गया। कहण दा भाव जिहड़े गए है वो नहीं मरे। ते नाल ही हुण पिंड दे सरपंच दा नाम है तरनवीर सिंह। उन्होंने तो गुरुद्वारा प्रबंधक कमेटी के मैंबर गुरनाम सिंह ने दस्सिया कि पहला लोग करोना नूं गंभीरता नाल नहीं सी लै रहे, पर हुण माहौल बदल गया। पिंड विच कई मौतां हो गईयां ने। हुण मौतां होण कारण पिंड के सेहत केंद्र विच कोविड टैसट कैंप भी लगाया गया। सिविल सर्जन डॉक्टर सतिंदर सिंह ने दस्सिया कि कल शनिवार वाले दिन कैंप लगा के 120 लोगों का करोना टैसट भी किया गया। सेहत विभाग लोगों को लगातार जागरूक करने वास्ते पिंड विच भी आ रहा है। तो पिंडां दे लोकां दी जिहड़ी जिंदगी है उन्हां दा अपने पिंड तो बाहर गए बगैर सर सकदा है। दुध घर दा, सब्जियां घरे ने, पिंड दी चीज़ पिंड विच वरती जा सकती है। इस करके पिंड दे लोकां दा मनना है कि कुछ समय वास्ते सानूं शहर जाण दी भी जरूरत नहीं। उन्होंने ये आम लोगों को भी सुनेहा दिता है कि करोना नूं गंभीरता नाल लवो, सावधानियां वरतो। सो दोस्तों, ये सन अज दियां कुछ एक खबरां, कुछ एक जाणियां ते नाल जानकारियां ते कुछ एक टिप्पणियां। उम्मीद कर रहे हैं कि तुहानूं चंगियां लगियां होणगियां। जे सचमुच प्रोग्राम चंगा लग्या किरपा करके लाइक भी कर दिओ ते शेयर भी कर दिओ, तुहाडे धन्नवादी होवांगे। ते नाल ही जेकर हाले तक तुसीं अपने इस चैनल नूं सबसक्राइब नहीं कीता तां किरपा करके सबसक्राइब करके नोटिफिकेशन वाली घंटी जरूर ऑन कर लैनी। तुहाडे दिलों धन्नवादी होवांगे। इस दे नाल ही समा समाप्त है। जाण तो पहलां कहांगा जिंदगी जिंदा दिली दा नाम है। दविंदर सिंह बैनीपाल नूं आग्या दिओ। सत श्री अकाल। ते रब राखा।